गुड मॉर्निंग स्टूडेंट्स। अज असीं स्टार्ट करांगे अकाउंटिंग रेशोज़। अकाउंटिंग रेशो स्टार्ट करन तो पहलां ये सीखना जरूरी है कि रेशो किसनूं कहंदे ने। रेशो की आ? रेशो इज़ द अर्थमैटिक एक्सप्रैशन ऑफ रिलेशनशिप बिटवीन द टू आइटम्स। सो रेशो की आ? ਜਦੋਂ ਅਸੀਂ ਦੋ ਆਈਟਮਸ ਦੇ ਵਿੱਚ ਜਿਹੜਾ ਰਿਲੇਸ਼ਨਸ਼ਿਪ ਆ ਉਹਨੂੰ ਅਰਥਮੈਟਿਕਲੀ ਐਕਸਪ੍ਰੈਸ ਕਰਦੇ ਆ, ਨੂਮੈਰੀਕਲੀ ਮੈਥਮੈਟੀਕਲ ਫਾਰਮ 'ਚ ਲਿਖਦੇ ਆ, ਤਾਂ ਉਸਨੂੰ ਰੇਸ਼ੋ ਕਿਹਾ ਜਾਂਦਾ ਆ। ਤੇ ਕਿਉਂਕਿ ਇਸ ਚੈਪਟਰ ਦੇ ਵਿੱਚ ਅਸੀਂ ਕਰਨੀਆਂ ਨੇ ਅਕਾਊਂਟਿੰਗ ਰੇਸ਼ੋਜ਼। ਸੋ ਅਕਾਊਂਟਿੰਗ ਰੇਸ਼ੋਜ਼ ਕੀ ਨੇ? ਅਕਾਊਂਟਿੰਗ ਰੇਸ਼ੋਜ਼ ਉਹ ਰੇਸ਼ੋਜ਼ ਨੇ ਜਿਹੜੀਆਂ ਕਿ ਅਕਾਊਂਟਿੰਗ ਇਨਫੋਰਮੇਸ਼ਨ ਦੇ ਬੇਸ 'ਤੇ ਕੈਲਕੂਲੇਟ ਕੀਤੀਆਂ ਜਾਂਦੀਆਂ ਆ। ਸੋ ਅਕਾਊਂਟਿੰਗ ਰੇਸ਼ੋਜ਼ ਉਹ ਰੇਸ਼ੋਜ਼ ਨੇ ਜਿਹੜੀਆਂ ਕਿ ਅਕਾਊਂਟਿੰਗ ਵੇਰੀਏਬਲ ਦੇ ਵਿੱਚ ਨਮੈਰੀਕਲੀ ਰਿਲੇਸ਼ਨਸ਼ਿਪ ਐਕਸਪ੍ਰੈਸ ਕਰਦੀਆਂ ਆ, ਉਹਨਾਂ ਨੂੰ ਅਸੀਂ ਅਕਾਊਂਟਿੰਗ ਰੇਸ਼ੋ ਕਹਿੰਦੇ ਆ। So numerical relationship between the two accounting variable is called a accounting ratio. Students, ਅਸੀਂ ਪਿਛਲੇ ਚੈਪਟਰ ਦੇ ਵਿੱਚ ਜਿਹੜਾ ਕੀਤਾ ਸੀਗਾ ਟੂਲਸ ਆਫ ਦਾ ਫਾਈਨੈਂਸ਼ੀਅਲ ਸਟੇਟਮੈਂਟ ਐਨਾਲਿਸਿਸ, ਉਹਦੇ ਵਿੱਚ ਅਸੀਂ ਕੰਪੈਰੇਟਿਵ ਸਟੇਟਮੈਂਟਸ ਤੇ ਕਾਮਨ ਸਾਈਜ਼ ਸਟੇਟਮੈਂਟਸ ਬਣਾਈਆਂ ਸੀਗੀਆਂ। ਸੇਮ ਉਸੇ ਤਰੀਕੇ ਦੇ ਨਾਲ ਰੇਸ਼ੋ ਐਨਾਲਿਸਿਸ ਵੀ ਇੱਕ ਟੂਲ ਆ ਜਿਹੜਾ ਕਿ ਫਾਈਨੈਂਸ਼ੀਅਲ ਸਟੇਟਮੈਂਟਸ ਨੂੰ ਐਨਾਲਾਈਜ਼ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਆ। ਰੇਸ਼ੋ ਐਨਾਲਿਸਿਸ ਦੇ ਵਿੱਚ ਜਿਹੜੀ ਉਸਦੀ ਕਲਾਸੀਫਿਕੇਸ਼ਨ ਆ, ਉਸ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਟ੍ਰੈਡੀਸ਼ਨਲ ਕਲਾਸੀਫਿਕੇਸ਼ਨ ਕੀ ਆ। ਟ੍ਰੈਡੀਸ਼ਨਲ ਕਲਾਸੀਫਿਕੇਸ਼ਨ ਦੇ ਵਿੱਚ ਪਹਿਲੀ ਕੈਟੇਗਰੀ ਆ ਬੈਲੈਂਸ ਸ਼ੀਟ ਰੇਸ਼ੋਜ਼ ਦੀ। ਬੈਲੈਂਸ ਸ਼ੀਟ ਰੇਸ਼ੋ ਸਟੂਡੈਂਟਸ ਉਹ ਰੇਸ਼ੋਜ਼ ਹੁੰਦੀਆਂ ਆ ਜਿਹੜੀਆਂ ਕਿ ਬੈਲੈਂਸ ਸ਼ੀਟ ਦੇ ਹੀ ਦੋਨੋਂ ਵੇਰੀਏਬਲਸ ਦੇ ਵਿੱਚ ਅਰਥਮੈਟਿਕਲੀ ਰਿਲੇਸ਼ਨਸ਼ਿਪ ਐਕਸਪ੍ਰੈਸ ਕਰਦੀਆਂ ਆ, ਉਹਨਾਂ ਨੂੰ ਅਸੀਂ ਬੈਲੈਂਸ ਸ਼ੀਟ ਰੇਸ਼ੋਜ਼ ਕਹਿੰਦੇ ਆ। ਮੀਨਸ ਬੈਲੈਂਸ ਸ਼ੀਟ ਰੇਸ਼ੋਜ਼ ਦੇ ਵਿੱਚ ਅਸੀਂ ਜੋ ਦੋ ਫਿਗਰਸ ਲੈਣੀਆਂ ਨੇ ਜਿਨ੍ਹਾਂ ਦੇ ਵਿੱਚ ਰਿਲੇਸ਼ਨਸ਼ਿਪ ਕੈਲਕੂਲੇਟ ਕਰਨਾ ਆ, ਉਹ ਦੋਨੋਂ ਫਿਗਰਸ ਬੈਲੈਂਸ ਸ਼ੀਟ 'ਚੋਂ ਹੀ ਲੈਣੀਆਂ ਆ। ਜਿਸ ਤਰ੍ਹਾਂ ਨਾਲ ਤੁਹਾਡੀ ਕਰੰਟ ਰੇਸ਼ੋ ਹੋ ਗਈ। ਕਰੰਟ ਰੇਸ਼ੋ ਕਰੰਟ ਐਸੈਟਸ ਤੇ ਕਰੰਟ ਲਾਇਬਿਲਿਟੀਜ਼ ਦਾ ਰਿਲੇਸ਼ਨਸ਼ਿਪ ਐਕਸਪ੍ਰੈਸ ਕਰਦੀ ਆ। ਸੋ ਕਰੰਟ ਐਸੈਟਸ ਤੇ ਕਰੰਟ ਲਾਇਬਿਲਿਟੀਜ਼ ਦੋਨੋਂ ਬੈਲੈਂਸ ਸ਼ੀਟ 'ਚੋਂ ਲਈਆਂ ਜਾਂਦੀਆਂ ਆ। ਸੋ ਇਸ ਤਰੀਕੇ ਦੇ ਨਾਲ ਇਹ ਬੈਲੈਂਸ ਸ਼ੀਟ ਰੇਸ਼ੋ ਹੋ ਗਈ। ਸੈਕਿੰਡ ਹੈ ਤੁਹਾਡੀ ਇਨਕਮ ਸਟੇਟਮੈਂਟ ਰੇਸ਼ੋ। ਇਨਕਮ ਸਟੇਟਮੈਂਟ ਰੇਸ਼ੋ ਉਹ ਰੇਸ਼ੋ ਆ ਜਿਹੜੀ ਕਿ ਇਨਕਮ ਸਟੇਟਮੈਂਟਸ ਦੇ ਦੋ ਵੇਰੀਏਬਲਸ ਦੇ ਵਿੱਚ ਰਿਲੇਸ਼ਨਸ਼ਿਪ ਐਕਸਪ੍ਰੈਸ ਕਰਦੀ ਆ। ਮਤਲਬ ਜਦੋਂ ਤੁਸੀਂ ਰੇਸ਼ੋ ਕੈਲਕੂਲੇਟ ਕਰਨੀ ਆ ਅਤੇ ਜਿਹੜੇ ਦੋਨੋਂ ਵੇਰੀਏਬਲਸ ਤੁਸੀਂ ਯੂਜ਼ ਕਰਨੇ ਆ ਜਿਨ੍ਹਾਂ ਦੇ ਵਿੱਚ ਉਹ ਰਿਲੇਸ਼ਨਸ਼ਿਪ ਕੈਲਕੂਲੇਟ ਕਰਨਾ ਆ, ਉਹ ਦੋਨੋਂ ਵੇਰੀਏਬਲਸ ਤੁਸੀਂ ਇਨਕਮ ਸਟੇਟਮੈਂਟ ਤੋਂ ਲੈ ਰਹੇ ਹੋ, ਉਹਨੂੰ ਅਸੀਂ ਇਨਕਮ ਸਟੇਟਮੈਂਟ ਰੇਸ਼ੋ ਕਹਿੰਦੇ ਆ। ਜਿਵੇਂ ਕਿ ਤੁਹਾਡੀ ਗਰੋਸ ਪ੍ਰੋਫਿਟ ਰੇਸ਼ੋ ਹੋ ਗਈ, ਨੈਟ ਪ੍ਰੋਫਿਟ ਰੇਸ਼ੋ ਹੋ ਗਈ, ਆਪਰੇਟਿੰਗ ਪ੍ਰੋਫਿਟ ਰੇਸ਼ੋ ਹੋ ਗਈ। ਇਹਦੇ ਵਿੱਚ ਅਸੀਂ ਗਰੋਸ ਪ੍ਰੋਫਿਟ ਅਤੇ ਸੇਲ ਦਾ ਰਿਲੇਸ਼ਨਸ਼ਿਪ ਐਕਸਪ੍ਰੈਸ ਕਰਦੇ ਹਾਂ, ਨੈਟ ਪ੍ਰੋਫਿਟ ਅਤੇ ਸੇਲ ਦਾ ਰਿਲੇਸ਼ਨਸ਼ਿਪ ਐਕਸਪ੍ਰੈਸ ਕਰਦੇ ਹਾਂ। ਸੋ ਦੋਨੋਂ ਫਿਗਰਸ ਗਰੋਸ ਪ੍ਰੋਫਿਟ, ਸੇਲ, ਨੈਟ ਪ੍ਰੋਫਿਟ, ਸੇਲ, ਇਹ ਦੋਨੋਂ ਫਿਗਰਸ ਅਸੀਂ ਕਿੱਥੋਂ ਲੈ ਰਹੇ ਹਾਂ? ਆਪਣੀ ਇਨਕਮ ਸਟੇਟਮੈਂਟ ਤੋਂ ਲੈ ਰਹੇ ਹਾਂ। ਇਸ ਲਈ ਇਸ ਨੂੰ ਇਨਕਮ ਸਟੇਟਮੈਂਟ ਰੇਸ਼ੋ ਕਿਹਾ ਜਾਂਦਾ ਆ। ਥਰਡ ਤੁਹਾਡੀਆਂ ਨੇ ਇੰਟਰ ਸਟੇਟਮੈਂਟ ਰੇਸ਼ੋਜ਼। ਇੰਟਰ ਸਟੇਟਮੈਂਟ ਰੇਸ਼ੋਜ਼ ਨੂੰ ਮਿਕਸਡ ਰੇਸ਼ੋ ਵੀ ਕਹਿੰਦੇ ਨੇ, ਕੰਬਾਈਨਡ ਰੇਸ਼ੋ ਵੀ ਕਹਿੰਦੇ ਨੇ। ਇਨਕਮ ਸਟੇਟਮੈਂਟ ਰੇਸ਼ੋ ਜਿਹੜੀ ਆ ਉਹ ਦੋਨੋਂ ਸਟੇਟਮੈਂਟਸ 'ਚੋਂ ਇੱਕ ਵੇਰੀਏਬਲ ਲੈ ਕੇ ਉਹਦੇ ਵਿੱਚ ਰਿਲੇਸ਼ਨਸ਼ਿਪ ਐਕਸਪ੍ਰੈਸ ਕਰਦੀ ਆ। ਜਿੱਦਾਂ ਤੁਹਾਡੀ ਐਸੈਟਸ, ਫਿਕਸ ਐਸੈਟਸ ਟਰਨਓਵਰ ਰੇਸ਼ੋ ਆ। ਫਿਕਸ ਐਸੈਟ ਅਸੀਂ ਬੈਲੈਂਸ ਸ਼ੀਟ 'ਚੋਂ ਲੈਂਦੇ ਹਾਂ, ਟਰਨਓਵਰ ਮੀਨਸ ਸੇਲ ਅਸੀਂ ਇਨਕਮ ਸਟੇਟਮੈਂਟ 'ਚੋਂ ਲੈਂਦੇ ਹਾਂ। ਸੋ ਇੱਕ ਵੇਰੀਏਬਲ ਅਸੀਂ ਬੈਲੈਂਸ ਸ਼ੀਟ 'ਚੋਂ ਲਿਆ, ਇੱਕ ਵੇਰੀਏਬਲ ਅਸੀਂ ਜਿਹੜਾ ਹੈਗਾ ਆ ਇਨਕਮ ਸਟੇਟਮੈਂਟ 'ਚੋਂ ਲਿਆ ਅਤੇ ਉਹਦੇ ਵਿੱਚ ਦਾ ਰਿਲੇਸ਼ਨਸ਼ਿਪ ਕੈਲਕੂਲੇਟ ਕੀਤਾ, ਉਸ ਨੂੰ ਇੰਟਰ ਸਟੇਟਮੈਂਟ ਰੇਸ਼ੋ ਕਿਹਾ ਜਾਂਦਾ ਆ। ਹੁਣ ਨੈਕਸਟ ਹੈ ਫੰਕਸ਼ਨਲ ਕਲਾਸੀਫਿਕੇਸ਼ਨ। ਫੰਕਸ਼ਨਲ ਕਲਾਸੀਫਿਕੇਸ਼ਨ ਦੇ ਵਿੱਚ ਸਭ ਤੋਂ ਪਹਿਲੀ ਕੈਟੇਗਰੀ ਆ ਲਿਕੁਇਡਿਟੀ ਰੇਸ਼ੋਜ਼ ਦੀ। ਲਿਕੁਇਡਿਟੀ ਰੇਸ਼ੋਜ਼ ਫਰਮ ਦੀ ਸ਼ਾਰਟ ਟਰਮ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਐਕਸਪ੍ਰੈਸ ਕਰਦੀਆਂ ਆ। ਸੋ ਲਿਕੁਇਡਿਟੀ ਰੇਸ਼ੋਜ਼ ਫਰਮ ਦੀ ਅਬਿਲਿਟੀ ਨੂੰ ਟੈਸਟ ਕਰਦੀਆਂ ਆ ਕਿ ਫਰਮ ਆਪਣੀਆਂ ਸ਼ਾਰਟ ਟਰਮ ਲਾਇਬਿਲਿਟੀਜ਼ ਨੂੰ ਪੇ ਕਰਨ ਦੇ ਲਈ ਕਿੰਨੀ ਕੁ ਏਬਲ ਆ, ਉਹਨੂੰ ਅਸੀਂ ਲਿਕੁਇਡਿਟੀ ਰੇਸ਼ੋਜ਼ ਕਹਿੰਦੇ ਆ। ਇਹਦੇ ਵਿੱਚ ਕਰੰਟ ਰੇਸ਼ੋ, ਕੁਇਕ ਰੇਸ਼ੋ ਕੈਲਕੂਲੇਟ ਕੀਤੀ ਜਾਂਦੀ ਆ। ਸੈਕਿੰਡ ਹੈ ਸੋਲਵੈਂਸੀ ਰੇਸ਼ੋਜ਼। ਸੋਲਵੈਂਸੀ ਰੇਸ਼ੋਜ਼ ਨੂੰ ਲੀਵਰੇਜ ਰੇਸ਼ੋ ਵੀ ਕਿਹਾ ਜਾਂਦਾ ਆ। ਸੋਲਵੈਂਸੀ ਰੇਸ਼ੋ ਫਰਮ ਦੀ ਲੌਂਗ ਟਰਮ ਲਾਇਬਿਲਿਟੀਜ਼ ਨੂੰ ਪੇ ਕਰਨ ਦੀ ਅਬਿਲਿਟੀ ਨੂੰ ਟੈਸਟ ਕਰਦੀਆਂ ਆ। ਇਹਦੇ ਵਿੱਚ ਤੁਸੀਂ ਡੈਟ ਇਕੁਇਟੀ ਰੇਸ਼ੋ ਹੋ ਗਈ, ਇਹ ਕੈਲਕੂਲੇਟ ਕੀਤੀ ਜਾਂਦੀ ਆ।
ਜਾਂ ਫਿਰ ਪ੍ਰੋਪਰਾਈਟਰੀ ਰੇਸ਼ੋ ਕੈਲਕੂਲੇਟ ਕੀਤੀ ਜਾਂਦੀ ਆ, ਉਹਨੂੰ ਅਸੀਂ ਸੋਲਵੈਂਸੀ ਰੇਸ਼ੋ ਕਹਿੰਦੇ ਆ। ਨੈਕਸਟ ਹੈ ਐਫੀਸ਼ੀਐਂਸੀ ਰੇਸ਼ੋਸ। ਐਫੀਸ਼ੀਐਂਸੀ ਰੇਸ਼ੋਸ ਨੂੰ ਐਕਟੀਵਿਟੀ ਰੇਸ਼ੋਸ ਵੀ ਕਹਿੰਦੇ ਨੇ, ਟਰਨਓਵਰ ਰੇਸ਼ੋਸ ਵੀ ਕਹਿੰਦੇ ਨੇ। ਐਫੀਸ਼ੀਐਂਸੀ ਰੇਸ਼ੋਸ ਫਰਮ ਦੀ ਐਫੀਸ਼ੀਐਂਸੀ ਨੂੰ ਐਕਸਪ੍ਰੈਸ ਕਰਦੀਆਂ ਕਿ ਫਰਮ ਆਪਣੀ ਰਿਸੋਰਸਿਸ ਨੂੰ ਕਿੰਨਾ ਕੁ ਐਫੀਸ਼ੀਐਂਟਲੀ ਯੂਜ਼ ਕਰ ਰਹੀ ਆ, ਉਹਨੂੰ ਅਸੀਂ ਐਫੀਸ਼ੀਐਂਸੀ ਰੇਸ਼ੋਸ ਕਹਿੰਦੇ ਆ। ਤੇ ਨੈਕਸਟ ਹੈ ਲਾਸਟ ਹੈ ਪ੍ਰੋਫਿਟੇਬਿਲਿਟੀ ਰੇਸ਼ੋਸ। ਪ੍ਰੋਫਿਟੇਬਿਲਿਟੀ ਰੇਸ਼ੋਸ ਫਰਮ ਦੀ ਪ੍ਰੋਫਿਟੇਬਿਲਿਟੀ ਨੂੰ ਐਕਸਪ੍ਰੈਸ ਕਰਦੀਆਂ ਆ। ਇਹਦੇ ਵਿੱਚ ਨੈਟ ਪ੍ਰੋਫਿਟ ਰੇਸ਼ੋ, ਆਪਰੇਟਿੰਗ ਪ੍ਰੋਫਿਟ ਰੇਸ਼ੋ, ਗ੍ਰੋਸ ਪ੍ਰੋਫਿਟ ਰੇਸ਼ੋ, ਰਿਟਰਨ ਔਨ ਇਨਵੈਸਟਮੈਂਟ ਰੇਸ਼ੋ, डिविडेंड पर शेयर, अर्निंग पर शेयर, डिविडेंड पे आउट रेशो। सो इस तरीके ਦੀਆਂ ਰੇਸ਼ੋਸ ਜਿਹੜੀਆਂ ਨੇ ਕੈਲਕੂਲੇਟ ਕੀਤੀਆਂ ਜਾਂਦੀਆਂ ਆ, ਜਿਹੜੀ ਕਿ ਫਰਮ ਦੀ ਪ੍ਰੋਫਿਟੇਬਿਲਿਟੀ ਨੂੰ ਐਕਸਪ੍ਰੈਸ ਕਰਦੀਆਂ ਆ। ਸੋ ਹੁਣ ਅਸੀਂ ਸਟਾਰਟ ਕਰਾਂਗੇ ਸਭ ਤੋਂ ਪਹਿਲਾਂ ਲਿਕੁਇਡਿਟੀ ਰੇਸ਼ੋਸ ਦੇ ਨਾਲ। ਸੋ ਸਭ ਤੋਂ ਪਹਿਲਾਂ ਲਿਕੁਇਡਿਟੀ ਰੇਸ਼ੋਸ। ਲਿਕੁਇਡਿਟੀ ਰੇਸ਼ੋਸ ਫਰਮ ਦੀ ਸ਼ਾਰਟ ਟਰਮ ਲਿਕੁਇਡਿਟੀ ਨੂੰ ਐਕਸਪ੍ਰੈਸ ਕਰਦੀਆਂ ਕਿ ਫਰਮ ਆਪਣੀਆਂ ਸ਼ਾਰਟ ਟਰਮ ਲਾਇਬਿਲਿਟੀਜ਼ ਨੂੰ ਪੇ ਕਰਨ ਦੇ ਲਈ ਕੈਪੇਬਲ ਹੈ ਜਾਂ ਨਹੀਂ ਹੈ। ਇਹਦੇ ਵਿੱਚ ਦੋ ਰੇਸ਼ੋਸ ਕੈਲਕੂਲੇਟ ਕੀਤੀਆਂ ਜਾਂਦੀਆਂ, ਕਰੰਟ ਰੇਸ਼ੋਸ ਤੇ ਕੁਇਕ ਰੇਸ਼ੋਸ। ਸਭ ਤੋਂ ਪਹਿਲਾਂ ਅਸੀਂ ਅੱਜ ਕਰਾਂਗੇ ਕਰੰਟ ਰੇਸ਼ੋਸ। ਕਰੰਟ ਰੇਸ਼ੋ ਕਰੰਟ ਐਸੈਟਸ ਤੇ ਕਰੰਟ ਲਾਇਬਿਲਿਟੀਜ਼ ਦਾ ਰਿਲੇਸ਼ਨਸ਼ਿਪ ਐਕਸਪ੍ਰੈਸ ਕਰਦੀ ਆ। ਸੋ ਫਾਰਮੂਲਾ ਕੀ ਆ ਕਰੰਟ ਰੇਸ਼ੋਸ ਨੂੰ ਕੈਲਕੂਲੇਟ ਕਰਨ ਦਾ? ਕਰੰਟ ਐਸੈਟਸ ਡਿਵਾਈਡ ਬਾਈ ਕਰੰਟ ਲਾਇਬਿਲਿਟੀਜ਼। ਕਰੰਟ ਰੇਸ਼ੋ ਦੇ ਵਿੱਚ ਦੋ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ, ਕਰੰਟ ਐਸੈਟਸ ਜਿਹੜੇ ਕਿ ਤੁਹਾਡੀ ਬੈਲੈਂਸ ਸ਼ੀਟ 'ਚ ਐਸੈਟ ਸਾਈਡ ਹੋਣਗੇ, ਤੇ ਕਰੰਟ ਲਾਇਬਿਲਿਟੀਜ਼ ਜਿਹੜੀਆਂ ਕਿ ਤੁਹਾਡੀ ਬੈਲੈਂਸ ਸ਼ੀਟ ਦੀ ਲਾਇਬਿਲਿਟੀ ਸਾਈਡ ਹੋਣਗੀਆਂ। ਸਭ ਤੋਂ ਪਹਿਲਾਂ ਕਰੰਟ ਐਸੈਟਸ। ਕਰੰਟ ਐਸੈਟਸ ਉਹ ਐਸੈਟਸ ਨੇ ਜਿਨ੍ਹਾਂ ਦੀ ਲਾਈਫ ਲੈਸ ਦੈਨ 1 ਈਅਰ ਹੁੰਦੀ ਆ, ਜਿਨ੍ਹਾਂ ਨੂੰ ਤੁਸੀਂ ਵਿਦਿਨ 1 ਈਅਰ ਹੀ ਕੈਸ਼ 'ਚ ਕਨਵਰਟ ਕਰ ਦਿੰਦੇ ਹੋ, ਉਹਨਾਂ ਨੂੰ ਕਰੰਟ ਐਸੈਟਸ ਕਿਹਾ ਜਾਂਦਾ ਆ। ਫॉर एग्जांपल कैश, बैंक, इन्वेंट्री, डेटर्स, बिल रिसीवेबल, short term advances, marketable securities and prepaid expenses. next है current liabilities. current liabilities ਉਹ liabilities ਨੇ ਜਿਹੜੀਆਂ ਕਿ within 1 year ਤੁਸੀਂ pay ਕਰਨੀਆਂ ਹੁੰਦੀਆਂ, ਜਿਨ੍ਹਾਂ ਦੀ maturity date ਜਿਹੜੀ ਆ ਉਹ within 1 year ਹੀ ਹੁੰਦੀ ਆ, ਉਹਨੂੰ ਅਸੀਂ current liabilities ਕਹਿੰਦੇ ਆ, ਜਿਵੇਂ ਕਿ trade creditors, bill payable, outstanding expenses and short term provisions. ਹੁਣ ਅਸੀਂ ਇੱਕ ਪ੍ਰੋਬਲਮ ਦੀ ਹੈਲਪ ਦੇ ਨਾਲ ਲਰਨ ਕਰਾਂਗੇ ਕਿ ਕਿਸ ਤਰ੍ਹਾਂ ਨਾਲ ਕਰੰਟ ਰੇਸ਼ੋ ਕੈਲਕੂਲੇਟ ਕੀਤੀ ਜਾਂਦੀ ਹੈ। ਸੋ ਪ੍ਰੋਬਲਮ ਤੁਹਾਨੂੰ ਦਿੱਤੀ ਹੋਈ ਹੈ। ਕੁਐਸਚਨ ਨੰਬਰ 3, ਕਰੰਟ ਰੇਸ਼ੋਸ, ਫਾਈਂਡ ਆਊਟ ਦਾ ਕਰੰਟ ਰੇਸ਼ੋਸ। ਟ੍ਰੇਡ ਰਿਸੀਵੇਬਲ 33,000, ਪ੍ਰੋਵੀਜ਼ਨ ਫॉर बैड डेट 3,000, ਸਟਾਕ ਟਵਾਈਸ ਆਫ ਦਾ ਨੈਟ ਡੈਟਰਸ। ਉਸ ਤੋਂ ਬਾਅਦ कैश in hand given a 16,000, advances to supplier 15,000, trade payable rupees 35,000, outstanding expenses ने 15,000 दे, prepaid expenses ने 5,000 दे, ते long term investments ਦਿੱਤੀਆਂ ਹੋਈਆਂ ਆ 12,000 ਦੀਆਂ। ਸੋ ਅਸੀਂ ਕਰੰਟ ਰੇਸ਼ੋ ਜਿਹੜੀ ਆ ਉਹ ਕੈਲਕੂਲੇਟ ਕਰਨੀ ਆ। ਸੋ ਸਭ ਤੋਂ ਪਹਿਲਾਂ ਅਸੀਂ ਕਰੰਟ ਐਸੈਟਸ ਕੈਲਕੂਲੇਟ ਕਰਾਂਗੇ। ਟ੍ਰੇਡ ਰਿਸੀਵੇਬਲ ਸਾਨੂੰ 33,000 ਦੇ ਦਿੱਤੇ ਹੋਏ ਆ, ਜਿਹਦੇ ਵਿੱਚੋਂ ਫਸਟ ਆਫ ਆਲ ਅਸੀਂ ਪ੍ਰੋਵੀਜ਼ਨ ਫॉर बैड डेट्स ਜਿਹੜੀਆਂ 3,000 ਦੀਆਂ ਗਿਵਨ ਨੇ, ਉਹਨਾਂ ਨੂੰ ਅਸੀਂ ਮਾਈਨਸ ਕਰਕੇ ਆਪਣੇ ਨੈਟ ਡੈਟਰਸ ਕੈਲਕੂਲੇਟ ਕਰ ਲਾਂਗੇ। 33,000 ਚੋਂ 3,000 ਮਾਈਨਸ ਕੀਤੇ 30,000 ਦੇ ਹੋ ਗਏ ਤੁਹਾਡੇ ਨੈਟ ਡੈਟਰਸ। ਉਸ ਤੋਂ ਬਾਅਦ ਸਟਾਕ 60,000, ਕੈਸ਼ ਇਨ ਹੈਂਡ 16,000, एडवांस टू सप्लायर 15,000, प्रीपेड एक्सपेंसिस 5,000। और जो असी इन्हां सारियां दा टोटल कर लांगे 30,000, 60,000, 16,000, 50,000 ते 5,000 दा, ते 1,26,000 दे तुहाडे टोटल करंट एसेट्स कैलकुलेट हो जाएंगे। नैक्सट है करंट लाइबिलिटीज़। ट्रेड पेएबल गिवन ने 35,000 दे, आउटस्टैंडिंग एक्सपेंसिस गिवन ने 15,000 दे। सो टोटल करांगे 35,000 प्लस 15,000, सो टोटल करंट लाइबिलिटीज़ हो गई तुहाडियां 50,000 दियां। सो हुण असीं फॉर्मूला लगावांगे, करंट रेशो इज इक्वल टू करंट एसेट्स अपॉन करंट लाइबिलिटीज़। करंट एसेट्स 1,26,000 दे, करंट लाइबिलिटीज़ 50,000 दियां। और जदों तुसीं इहनूं सॉल्व करोगे तो तुहाडा आंसर आ जाएगा 2.52:1। सो ये होगी तुहाडी करंट रेशो।
स्टूडेंट्स आई होप तुहानू अच्छी तरीके नाल समझ लग गया होगा कि करंट रेशो किद्दां कैलकुलेट की जाती है। नैक्सट लैक्चर दे विच असीं लर्न करांगे कि क्विक रेशो नू किवें कैलकुलेट किया जाता है। थैंक यू।